Hello students, hope you all are well and staying safe and healthy at home. My name is Gaurav Sharma and I'll be teaching you the subject of Workshop Technology 3. Before the start of the subject, I would like to share you something about Mission Fateh. Students, as the whole world is suffering from the coronavirus disease, our government has launched Mission Fateh. Our college, Meherchand Polytechnic College, is also doing the best efforts to fight against COVID-19. Students, we must take some precautions to fight this disease like washing our hands for at least 20 seconds, using sanitizers, wearing masks and maintaining the social distancing. The name of the subject is Workshop Technology 3. First of all, I would like to share you the syllabus of WT3. Students, you have read WT1 and WT2 in your previous semesters and learned about the various machines and their operations like welding, casting, shaper, planer, lathe machine and many more. In this subject also, you will be learning about the various types of machines, their principle, their types and various operations like milling machine, grinding machine, modern machining methods that are used in this contemporary era, metal coating processes, metal finishing processes and various gear manufacturing and finishing processes. So first of all, the question arises, what is non-conventional machining? Non-conventional machine hundi ki hai? Students, non-conventional machines ਆਪਾਂ modern machines ਨੂੰ ਕਹਿੰਦੇ ਆ ਜਿਹਦੀ ਹੈਲਪ ਦੇ ਨਾਲ ਅਸੀਂ ਮਟੀਰੀਅਲ ਨੂੰ ਰਿਮੂਵ ਕਰਦੇ ਆ। ਆਪਾਂ ਜਿੰਨੀਆਂ ਵੀ ਮਸ਼ੀਨਸ ਯੂਜ਼ ਕੀਤੀਆਂ, ਚਾਹੇ ਲੇਥ ਮਸ਼ੀਨ ਹੈ, ਚਾਹੇ ਉਹ ਮਿਲਿੰਗ ਮਸ਼ੀਨ ਹੈ, ਆਪਾਂ ਸਾਰੀਆਂ ਕਨਵੈਂਸ਼ਨਲ ਮਸ਼ੀਨਸ ਦੇ ਉੱਪਰ ਕੰਮ ਕੀਤਾ ਔਰ ਯੂਜ਼ ਕਰਦੇ ਹਾਂ। ਨਾਨ ਕਨਵੈਂਸ਼ਨਲ ਮੀਨਸ ਮਸ਼ੀਨ ਇਜ਼ ਨਾਟ ਕਨਵੈਂਸ਼ਨਲ ਐਂਡ ਮਸ਼ੀਨ ਇਜ਼ ਨਾਟ ਟ੍ਰੈਡੀਸ਼ਨਲ। ਦੇਰ ਆਰ ਸਮ ਮਾਡਰਨ ਮਸ਼ੀਨਸ, ਕੁਝ ਮਾਡਰਨ ਮਸ਼ੀਨਾਂ ਹੈਗੀਆਂ ਜਿਨ੍ਹਾਂ ਦੀ ਹੈਲਪ ਦੇ ਨਾਲ ਅਸੀਂ ਮਟੀਰੀਅਲ ਨੂੰ ਰਿਮੂਵ ਕਰਨ ਦੇ ਵਿੱਚ ਹੈਲਪ ਲੈਂਦੇ ਹਾਂ। ਕੁਝ ਜੌਬਸ ਦੀਆਂ ਇਰੈਗੂਲਰ ਸ਼ੇਪਸ ਹੋਣ ਦੇ ਕਰਕੇ, ਕੰਪਲੈਕਸ ਸ਼ੇਪਸ ਹੋਣ ਦੇ ਕਰਕੇ ਅਸੀਂ ਕਨਵੈਂਸ਼ਨਲ ਮਸ਼ੀਨਸ ਦੇ ਨਾਲ ਅਸੀਂ ਪ੍ਰੋਪਰ ਇਫੈਕਟਿਵਲੀ ਆਪਾਂ ਆਪਰੇਸ਼ਨਸ ਨਹੀਂ ਕਰ ਸਕਦੇ, ਪ੍ਰੋਪਰ ਪ੍ਰੈਸੀਜਨ ਤੇ ਐਕੂਰੇਸੀ ਨਹੀਂ ਆਉਂਦੀ। ਸੋ ਮਾਡਰਨ ਮਸ਼ੀਨਸ ਦੇ ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਤਾਂ ਇਫੈਕਟਿਵ ਆਪਰੇਸ਼ਨਸ ਹੁੰਦੇ ਹੈ ਔਰ ਐਰਰ ਫ੍ਰੀ ਹੁੰਦਾ ਹੈ, ਜਾਂ ਮੈਂ ਕਹਾਂ ਕਿ ਬਹੁਤ ਮਿਨੀਮਮ ਐਰਰ ਹੁੰਦਾ ਔਰ ਪ੍ਰੈਸੀਜਨ ਤੇ ਐਕੂਰੇਸੀ ਵੀ ਅੱਛੀ ਹੁੰਦੀ ਹੈ। ਅਲੱਗ-ਅਲੱਗ ਟਾਈਪਸ ਦੀ ਨਾਨ ਕਨਵੈਂਸ਼ਨਲ ਮਸ਼ੀਨਸ ਹੈ ਜੀ। ਪਲਾਜ਼ਮਾ ਆਰਕ ਮਸ਼ੀਨਿੰਗ ਯੂਜ਼ ਹੁੰਦੀ ਹੈ, then is your ultrasonic machining, then is your electrochemical machining, electrical discharge machining and many more. ਸਭ ਤੋਂ ਪਹਿਲਾਂ ਆਪਾਂ ਡਿਫਰੈਂਸ ਜਾਣਦੇ ਹਾਂ ਕਿ ਕਨਵੈਂਸ਼ਨਲ ਔਰ ਨਾਨ ਕਨਵੈਂਸ਼ਨਲ ਮਸ਼ੀਨ ਦੇ ਵਿੱਚ ਡਿਫਰੈਂਸ ਕੀ ਹੈ। ਜੇ ਮੈਂ ਕਨਵੈਂਸ਼ਨਲ ਦੀ ਗੱਲ ਕਰਾਂ, ਫਸਟ ਪੁਆਇੰਟ ਇਜ਼ ਡਾਇਰੈਕਟ ਕੰਟੈਕਟ ਆਫ ਦਾ ਟੂਲ ਐਂਡ ਵਰਕ ਪੀਸ, ਕਿ ਵਰਕ ਪੀਸ ਔਰ ਟੂਲ ਦੇ ਵਿੱਚ ਡਾਇਰੈਕਟ ਕੰਟੈਕਟ ਹੈ। ਮੀਨਸ ਟੂਲ ਜਿਹੜਾ ਹੈਗਾ ਉਹ ਵਰਕ ਪੀਸ ਨੂੰ ਰਿਮੂਵ ਕਰੇਗਾ ਆਫਟਰ ਕਮਿੰਗ ਇਨ ਕੰਟੈਕਟ ਵਿਦ ਦੈਟ। ਨਾਨ ਕਨਵੈਂਸ਼ਨਲ ਦੇ ਵਿੱਚ ਕੀ ਹੈ, tools are non-conventional technique like laser beam, electric arc etc. ਕਿ ਜ਼ਰੂਰੀ ਨਹੀਂ ਕਿ ਟੂਲ ਜਿਹੜਾ ਹੈਗਾ ਡਾਇਰੈਕਟਲੀ ਵਰਕਪੀਸ ਦੇ ਕੰਟੈਕਟ ਦੇ ਵਿੱਚ ਆਵੇ। ਮੋਸਟਲੀ ਟੂਲ ਜਿਹੜਾ ਹੁੰਦਾ ਡਾਇਰੈਕਟਲੀ ਵਰਕਪੀਸ ਦੇ ਕੰਟੈਕਟ ਦੇ ਵਿੱਚ ਆਉਂਦਾ ਵੀ ਨਹੀਂ ਹੈਗਾ। ਸੋ ਇੱਕ ਇਲੈਕਟ੍ਰੀਕਲ ਐਨਰਜੀ ਦੇ ਨਾਲ, ਇੱਕ ਲੇਜ਼ਰ ਬੀਮ ਦੇ ਨਾਲ ਆਪਾਂ ਮਟੀਰੀਅਲ ਨੂੰ ਰਿਮੂਵ ਕਰਦੇ ਹਾਂ। ਕਨਵੈਂਸ਼ਨਲ ਮਸ਼ੀਨ ਦੇ ਵਿੱਚ ਕਟਿੰਗ ਟੂਲ ਇਜ਼ ਆਲਵੇਜ਼ ਹਾਰਡਰ ਦੈਨ ਦਾ ਵਰਕਪੀਸ। ਜਿਹੜਾ ਕਟਿੰਗ ਟੂਲ ਹੋਏਗਾ ਉਹ ਹਮੇਸ਼ਾ ਵਰਕਪੀਸ ਤੋਂ ਹਾਰਡਰ ਹੋਏਗਾ। ਪਰ ਨਾਨ ਕਨਵੈਂਸ਼ਨਲ ਦੇ ਵਿੱਚ ਟੂਲ ਮੇ ਨਾਟ ਬੀ ਹਾਰਡਰ ਐਂਡ ਇਟ ਮੇ ਨਾਟ ਬੀ ਸਮਟਾਈਮ ਫਿਜ਼ੀਕਲੀ ਪ੍ਰੈਜ਼ੈਂਸ। ਹਾਰਡਰ ਹੋਵੇ ਨਾ ਹੋਵੇ ਦੈਟ ਇਜ਼ ਅ ਸੈਪਰੇਟ ਥਿੰਗ। ਕਦੇ ਕਦੇ ਤਾਂ ਟੂਲ ਫਿਜ਼ੀਕਲੀ ਪ੍ਰੈਜ਼ੈਂਟ ਵੀ ਨਹੀਂ ਹੁੰਦਾ। ਜਿੱਦਾਂ ਅਸੀਂ LBM ਦੇ ਵਿੱਚ ਦੇਖ ਲਈਏ, ਲੇਜ਼ਰ ਬੀਮ ਮਸ਼ੀਨਿੰਗ ਦੇ ਵਿੱਚ ਅਸੀਂ ਰੇਡੀਏਸ਼ਨਸ ਦੀ ਹੈਲਪ ਦੇ ਨਾਲ ਹੀ ਅਸੀਂ ਮਟੀਰੀਅਲ ਨੂੰ ਰਿਮੂਵ ਕਰਦੇ ਹਾਂ। The third difference is tool life is less due to high wear in conventional machines. ਜਦੋਂ ਟੂਲ ਡਾਇਰੈਕਟਲੀ ਵਰਕਪੀਸ ਦੇ ਕੰਟੈਕਟ ਦੇ ਵਿੱਚ ਹੋਏਗਾ ਤਾਂ ਉਹਦੀ ਵੇਅਰ ਐਂਡ ਟੀਅਰ ਜ਼ਿਆਦਾ ਹੋਏਗੀ। ਸੋ ਟੂਲ ਦੀ ਜਿਹੜੀ ਲਾਈਫ ਹੋਏਗੀ ਦੈਟ ਵਿਲ ਬੀ ਲੈਸ। ਵੇਅਰਐਜ਼ ਇਨ ਨਾਨ ਕਨਵੈਂਸ਼ਨਲ ਮਸ਼ੀਨਸ ਟੂਲ ਲਾਈਫ ਇਜ਼ ਮੋਰ। ਟੂਲ ਦੀ ਜਿਹੜੀ ਲਾਈਫ ਹੋਏਗੀ ਉਹ ਜ਼ਿਆਦਾ ਹੋਏਗੀ ਐਜ਼ ਕੰਪੇਅਰ ਟੂ ਕਨਵੈਂਸ਼ਨਲ, ਬਿਕੋਜ਼ ਜੋ ਟੂਲ ਹੋਏਗਾ ਉਹ ਡਾਇਰੈਕਟਲੀ ਵਰਕਪੀਸ ਦੇ ਕੰਟੈਕਟ ਦੇ ਵਿੱਚ ਨਹੀਂ ਹੋਏਗਾ। ਫੋਰਥ ਡਿਫਰੈਂਸ ਇਜ਼ ਮੈਕਰੋਸਕੋਪਿਕ ਚਿਪ ਫਾਰਮੇਸ਼ਨ ਹੁੰਦੀ ਹੈ ਜੀ ਕਨਵੈਂਸ਼ਨਲ ਦੇ ਵਿੱਚ। ਜਦੋਂ ਵੀ ਅਸੀਂ ਕੋਈ ਆਪਰੇਸ਼ਨ ਕਰਦੇ ਹਾਂ, ਚਾਹੇ ਅਸੀਂ ਟਰਨਿੰਗ ਆਪਰੇਸ਼ਨ ਕਰਦੇ ਹਾਂ ਜਾਂ ਫੇਸਿੰਗ ਆਪਰੇਸ਼ਨ ਕਰਦੇ ਹਾਂ, ਚਿਪ ਫਾਰਮੇਸ਼ਨ ਦੇ ਵਿੱਚ ਮਟੀਰੀਅਲ ਰਿਮੂਵ ਹੁੰਦਾ। ਪਰ ਕਨਵੈਂਸ਼ਨਲ ਨਾਨ ਕਨਵੈਂਸ਼ਨਲ ਦੇ ਵਿੱਚ ਜਾਂ ਮੈਂ ਕਹਾਂ ਮਾਡਰਨ ਮਸ਼ੀਨਸ ਦੇ ਵਿੱਚ ਮਟੀਰੀਅਲ ਰਿਮੂਵ ਹੋਏਗਾ ਐਂਡ ਦੈਟ ਰਿਮੂਵਲ ਕੈਨ ਬੀ ਵਿਦ ਔਰ ਵਿਦਾਊਟ ਚਿਪ ਫਾਰਮੇਸ਼ਨ।
ਕਨਵੈਂਸ਼ਨਲ ਮਸ਼ੀਨ ਦੇ ਵਿੱਚ ਮਟੀਰੀਅਲ ਰਿਮੂਵਲ ਟੇਕਸ ਪਲੇਸ ਡਿਊ ਟੂ ਐਪਲੀਕੇਸ਼ਨ ਆਫ ਦ ਕਟਿੰਗ ਫੋਰਸ। ਟੂਲ ਦੀ ਇੱਕ ਫੋਰਸ ਲੱਗ ਰਹੀ ਹੈ ਵਰਕਪੀਸ ਦੇ ਉੱਪਰ ਜਿਹਦੇ ਕਾਰਨ ਮਟੀਰੀਅਲ ਰਿਮੂਵ ਹੋ ਰਿਹਾ। ਪਰ ਮਾਡਰਨ ਮਸ਼ੀਨਸ ਦੇ ਵਿੱਚ ਅਸੀਂ ਹੀਟ એનર્ਜੀ ਯੂਜ਼ ਕਰਾਂਗੇ ਜਾਂ ਕੈਮੀਕਲ એનર્ਜੀ ਜਾਂ ਇਲੈਕਟ੍ਰੀਕਲ એનર્ਜੀ ਮਸ਼ੀਨਿੰਗ ਦੇ ਵਾਸਤੇ ਤਾਂ ਜੋ ਸਾਡਾ ਮਟੀਰੀਅਲ ਰਿਮੂਵ ਹੋ ਸਕੇ। Conventional machine are suitable for all types of materials, whereas non-conventional machines are not suitable for all type of materials. ਸਭ ਤੋਂ ਇੰਪੋਰਟੈਂਟਲੀ ਕਨਵੈਂਸ਼ਨਲ ਮਸ਼ੀਨ ਦੇ ਵਿੱਚ ਜਿਹੜੇ ਅਸੀਂ ਪ੍ਰੋਟੋਟਾਈਪਸ ਬਣਾਉਂਦੇ ਹਾਂ ਕਦੇ ਕਦੇ ਉਹ ਪ੍ਰੋਪਰ ਇਫੈਕਟਿਵਲੀ ਨਹੀਂ ਬਣ ਪਾਉਂਦੇ, ਉਹਨਾਂ ਦੇ ਵਿੱਚ ਪ੍ਰੀਸੀਜ਼ਨ ਤੇ ਐਕੂਰੇਸੀ ਨਹੀਂ ਹੁੰਦੀ। ਪਰ ਨਾਨ ਕਨਵੈਂਸ਼ਨਲ ਦੇ ਨਾਲ ਜਿਹੜੇ ਅਸੀਂ ਇਰੈਗੂਲਰ ਸ਼ੇਪਸ ਜਾਂ ਕੰਪਲੈਕਸ ਸ਼ੇਪਸ ਦੇ ਪ੍ਰੋਟੋਟਾਈਪ ਵੀ ਆਪਾਂ ਈਜ਼ੀਲੀ ਬਣਾ ਸਕਦੇ ਹਾਂ ਔਰ ਇਫੈਕਟਿਵਨੈਸ ज़्यादा ਹੋਏਗੀ ਐਜ਼ ਕੰਪੇਅਰ ਟੂ ਦਾ ਕਨਵੈਂਸ਼ਨਲ ਮਸ਼ੀਨਸ। ਸੋ ਸਟੂਡੈਂਟ ਸਟਾਰਟ ਕਰਦੇ ਹਾਂ ਆਪਣੀ ਫਸਟ ਮਸ਼ੀਨ ਦੇ ਨਾਲ। ਆਵਰ ਫਸਟ ਮਸ਼ੀਨ ਇਜ਼ ਇਲੈਕਟ੍ਰੀਕਲ ਡਿਸਚਾਰਜ ਮਸ਼ੀਨ। ਇਸ ਇਲੈਕਟ੍ਰੀਕਲ ਡਿਸਚਾਰਜ ਮਸ਼ੀਨ ਨੂੰ ਤੁਸੀਂ ਸਪਾਰਕ ਇਰੋਜ਼ਨ ਵੀ ਕਹਿੰਦੇ ਹੋ, ਸਪਾਰਕ ਮਸ਼ੀਨਿੰਗ ਵੀ ਕਹਿ ਸਕਦੇ ਹਾਂ, ਥਰਮਲ ਇਰੋਜ਼ਨ ਵੀ ਕਹਿ ਸਕਦੇ ਹਾਂ ਔਰ ਇਲੈਕਟ੍ਰੋ ਇਰੋਜ਼ਨ ਪ੍ਰੋਸੈਸ ਵੀ ਕਿਹਾ ਜਾਂਦਾ। ਇਹਦਾ ਜੋ ਵਰਕਿੰਗ ਪ੍ਰਿੰਸੀਪਲ ਹੈ ਉਹ ਥਰਮੋ ਇਲੈਕਟ੍ਰਿਕ ਦੇ ਉੱਪਰ ਇਹ ਕੰਮ ਕਰਦਾ। ਦਿਸ ਟੈਕਨੀਕ ਯੂਜ਼ਸ ਥਰਮੋ ਇਲੈਕਟ੍ਰਿਕ ਪ੍ਰੋਸੈਸ ਟੂ ਰਿਮੂਵ ਦਾ ਮਟੀਰੀਅਲ ਫਰੋਮ ਵਰਕਪੀਸ। ਮੀਨਸ ਇਹ ਥਰਮੋ ਇਲੈਕਟ੍ਰਿਕ ਪ੍ਰੋਸੈਸ ਦੀ ਟੈਕਨੀਕ ਹੈ ਜਿਹਦੇ ਨਾਲ ਸਾਡਾ ਮਟੀਰੀਅਲ ਜਿਹੜਾ ਵਰਕਪੀਸ ਤੋਂ ਰਿਮੂਵ ਹੋਏਗਾ। ਥਰਮੋ ਇਲੈਕਟ੍ਰਿਕ ਮੀਨਸ ਥਰਮਲ એનર્ਜੀ ਐਂਡ ਇਲੈਕਟ੍ਰੀਕਲ એનર્ਜੀ। ਬੇਸਿਕਲੀ ਹੁੰਦਾ ਕੀ ਹੈ, ਅਸੀਂ ਜਦੋਂ ਇਲੈਕਟ੍ਰੀਕਲ એનર્ਜੀ ਸਪਲਾਈ ਕਰਦੇ ਹਾਂ ਉਹ ਇਲੈਕਟ੍ਰੀਕਲ એનર્ਜੀ ਜਿਹੜੀ ਹੋਏਗੀ ਉਹ ਥਰਮਲ એનર્ਜੀ ਦੇ ਵਿੱਚ ਕਨਵਰਟ ਹੁੰਦੀ ਹੈ ਐਂਡ ਦੈਟ ਥਰਮਲ એનર્ਜੀ ਡਿਸਿਪੇਟਸ ਇਨ ਦਾ ਫਾਰਮ ਆਫ ਦਾ ਹੀਟ ਐਂਡ ਦੈਟ ਹੀਟ ਇਜ਼ ਯੂਟਿਲਾਈਜ਼ਡ ਟੂ ਰਿਮੂਵ ਦਾ ਮਟੀਰੀਅਲ ਫਰੋਮ ਦਾ ਵਰਕਪੀਸ। ਮਤਲਬ ਆਪਾਂ ਇਲੈਕਟ੍ਰੀਕਲ ਸਪਲਾਈ ਦਿੱਤੀ, ਉਹ ਇਲੈਕਟ੍ਰੀਕਲ ਸਪਲਾਈ ਜਿਹੜੀ ਹੋਏਗੀ ਉਹ ਹੀਟ એનર્ਜੀ ਦੇ ਵਿੱਚ ਕਨਵਰਟ ਹੋਈ ਔਰ ਇਸ ਹੀਟ એનર્ਜੀ ਦੀ ਹੈਲਪ ਦੇ ਨਾਲ ਅਸੀਂ ਮਟੀਰੀਅਲ ਨੂੰ ਵਰਕਪੀਸ ਤੋਂ ਰਿਮੂਵ ਕੀਤਾ। ਰਿਕੁਆਇਰਮੈਂਟਸ ਈਡੀਐਮ ਪ੍ਰੋਸੈਸ ਦੀਆਂ ਕੀ ਹੈ ਜਾਂ ਕੰਪੋਨੈਂਟਸ ਕਹਿ ਲਈਏ। ਇੱਕ ਸਾਨੂੰ ਡੀਸੀ ਪਾਵਰ ਸੋਰਸ ਚਾਹੀਦੀ ਹੈ, टूल, वर्कपीस, डाइलैक्ट्रिक मीडियम, डाइलैक्ट्रिक टैंक, पंप, फिल्टर एंड फीड मैकेनिज्म। सानू डीसी पावर सोर्स चाहिए है जी इलैक्ट्रिकल सप्लाई देने वास्ते। टूल स्टूडेंट्स याद रखना कि मॉडर्न मशीनिंग मैथड्स दे विच जिहड़ा टूल होएगा आपां उहनूं बैटरी का नैगेटिव टर्मिनल देवांगे और वर्कपीस नूं आपां हमेशा पॉजिटिव टर्मिनल बनावांगे। जां इदां कह दईए कि टूल नूं आपां कैथोड बनावांगे और वर्कपीस नूं आपां एनोड बनावांगे। डाइलैक्ट्रिक मीडियम यूज़ करते हैं, तुसी कैरोसिन यूज़ कर सकते हो, तुसी सिंथैटिक फ्लूइड्स यूज़ कर सकते हो, तुसी डिस्टिल्ड वाटर यूज़ कर सकते हो बाय एडिंग सम एडिटिव्स। डाइलैक्ट्रिक टैंक होएगा जी, पंप होएगा फॉर द रीसर्कुलेशन, उस तो बाद फिल्टर होएगा फॉर द रिफाइनमेंट और फीड मैकेनिज्म टूल दी वर्टिकल मूवमेंट के वास्ते। फीड मैकेनिज्म के विच एक सर्वो मोटर लगी हुंदी है जिहड़ी टूल की वर्टिकल मूवमेंट नूं कंट्रोल करती है। प्रोसैस पैरामीटर्स की होणगे इहदे, वोल्टेज 40 तो 300 वोल्ट तक आप सप्लाई करांगे। करंट जिहड़ा वेरी करेगा 0.5 to 400 एम्पीयर्स तक। पल्स ड्यूरेशन जो होएगी दैट विल बी फ्रॉम 2 to 2000 माइक्रोसेकेंड्स। पल्स ड्यूरेशन इज़ द टाइम इंटरवल इन विच द स्पार्क इज़ प्रोड्यूस्ड। जिस टाइम इंटरवल दे विच स्पार्क पैदा होएगी। स्पार्क गैप जिहड़ा रहेगा दैट विल बी 0.0125 to 0.125 mm और मटीरियल रिमूवल रेट इज़ 800 to 5000 mm क्यूब। एक डायग्राम की हेल्प के नाल देखते हैं। डीसी पावर सोर्स है, डीसी पावर सोर्स के विच एक नैगेटिव टर्मिनल है और एक पॉजिटिव टर्मिनल है। नैगेटिव टर्मिनल स्टूडेंट्स जिदा आप पहले कहा कि आप हमेशा टूल नूं देवांगे और पॉजिटिव टर्मिनल इज सप्लाई टू द वर्कपीस। वर्कपीस जिहड़ा है वो फिक्सचर के उपर लाई कर रहा है और टूल नूं जो कंट्रोल कर रहा दैट इज़ द सर्वो मोटर फीड मैकेनिज्म और डाइलैक्ट्रिक फ्लूइड है जिहड़ा डाइलैक्ट्रिक टैंक दे विच हैगा। वर्किंग ऑफ ईडीएम प्रोसेसिस, हाई वोल्टेज इज़ अप्लाइड दैट इंड्यूसिस द इलैक्ट्रिक फील्ड। जदों असी पॉजिटिव नूं वर्कपीस के नाल अटैच करता एनोड बनाता और नैगेटिव टर्मिनल नूं आपां टूल के नाल अटैच करता कैथोड बनाता, फिर की होएगा जदों इलैक्ट्रिकल सप्लाई मिली एक इलैक्ट्रिकल फील्ड इंड्यूस होएगी। जो इलैक्ट्रिकल फील्ड इंड्यूस हो गई दैन फ्री इलैक्ट्रॉन्स आर सबजैक्ट टू इलैक्ट्रोस्टैटिक फोर्स। जिहड़े टूल के उपर नैगेटिव आयन्स होणगे दे आर सबजैक्टिड टू द इलैक्ट्रोस्टैटिक फोर्स। उहदे नाल एक्चुअली होएगा कि टूल दे विच नैगेटिव आयन्स है जिहड़े अट्रैक्ट करनगे टूवर्ड्स द पॉजिटिव आयन्स ऑफ द वर्कपीस। वर्कपीस के उपर पॉजिटिव आयन्स है जिहड़े अट्रैक्ट करनगे टूवर्ड्स द नैगेटिव आयन्स ऑफ द टूल। दोनों के इन बिटवीन डाइलैक्ट्रिक फ्लूइड है
ਜਦੋਂ ਟੂਲ ਦੇ ਨੈਗੇਟਿਵ ਆਇਨਸ ਡਾਇਲੈਕਟ੍ਰਿਕ ਮੋਲੀਕਿਊਲਸ ਦੇ ਨਾਲ ਕੋਲਾਈਡ ਕਰਨਗੇ, ਉਹਦੇ ਨਾਲ ਕੀ ਹੋਏਗਾ, डाइलैक्ट्रिक फ्लूइड की भी आयोनाइजेशन हो जाएगी, वो ब्रेकडाउन कर जाएगा पॉजिटिव एज वैल एज नैगेटिव आयनस। हुण टूल के भी नैगेटिव आयनस है और डाइलैक्ट्रिक फ्लूइड के भी नैगेटिव आयनस आ गए, मीनस इलैक्ट्रॉन्स आर इन द अबंडेंस। वो इलैक्ट्रॉन्स जिहड़े हो गए अबंडेंस के विच, उहदे कारण स्पार्क पैदा होएगी। द मूवमेंट ऑफ द इलैक्ट्रॉन्स के कारण उहदे कारण स्पार्क पैदा होएगी और स्पार्क नूं आपां यूटिलाइज करांगे वर्कपीस के उपरों मैटल नूं रिमूव करन दे वास्ते। सो स्पार्क इज़ प्रोड्यूस्ड and melts the metal from the workpiece. This melted metal solidifies as the tiny particles in the dielectric. ਜਿਹੜਾ melted metal ਹੋਏਗਾ, ਜਿਹੜਾ workpiece ਤੋਂ ਅਸੀਂ metal ਨੂੰ remove ਕਰਾਂਗੇ, melt ਕਰਾਂਗੇ, that solidifies as the tiny particles in the dielectric solution. So ਜਿਹੜਾ metal ਹੋਏਗਾ, metal will be carried away due to circulation of the dielectric using pump, and that process continues and repeats. एडवांटेजिस ऑफ ईडीएम प्रोसैस की रहनगियाँ, फिनिश अच्छी आती है, एक्यूरेसी अच्छी है और रिपीटेबिलिटी प्रोसैस जिथे होएगा उत्थे ईडीएम प्रोसैस इज़ एडवांटेजियस। ऑपरेटर की इंटरवेंशन जिहड़ी हैगी है, ऑपरेटर की जिहड़ी इंटरफेरेंस रहेगी वो मिनीमम रहेगी। नो कटिंग फोर्सिस आर इंड्यूस्ड, दैट इज़ आल्सो एन एडवांटेज। कॉम्पलैक्स और इररेगुलर शेप्स नूं असी प्रिसाइजली तो ज़्यादा एक्यूरेटली बना सकते हैं विद ईडीएम। एनी इलैक्ट्रिकली कंडक्टिव मटीरियल कैन बी कट, कोई भी मटीरियल जिहदे विच इलैक्ट्रिकल कंडक्टिविटी है दैट कैन बी कट। हार्डन मटीरियल्स की मशीनिंग आपां कर सकते हैं और बर्फ फ्री ऑपरेशन रहेगा। जदों असीं कन्वेंशनल मशीनस दे नाल ऑपरेशन करते सीगे तो सानूं बाद दे विच डीबरिंग करनी पैंदी सी, पर ईडीएम दे विच द ऑपरेशन विल बी बर्फ फ्री ऑपरेशन। डिसएडवांटेजिस ऑफ ईडीएम प्रोसैसिस, वर्कपीस मस्ट बी इलैक्ट्रिक कंडक्टर। जोड़ा वर्कपीस है वो इलैक्ट्रिकल कंडक्टिविटी होनी ज़रूरी है। मशीनिंग टाइम ज़्यादा रहेगा, पावर कंजम्पशन बहुत ज़्यादा हैगी है। एक्सैसिव टूल वेयर, क्योंकि स्पार्क पैदा होएगी उहदे कारण टूल की वेयर भी ज़्यादा होएगी। रीप्रोड्यूसिंग द शार्प कॉर्नर्स ऑन द वर्कपीस इज़ डिफिकल्ट ड्यू टू इलैक्ट्रोड वेयर। शार्प कॉर्नर्स जिहड़े हैगे आ उन्हां नूं दोबारा प्रोड्यूस करना, रीप्रोड्यूसिंग उन्हां दी डिफिकल्ट है। और जिद्दां आपां डाइलैक्ट्रिक मीडियम यूज़ करते हैं, सो डाइलैक्ट्रिक मीडियम यूज़ करन दे नाल पोटेंशियल फायर हैजर्ड एसोसीएटेड विद द यूज़ ऑफ कंबस्टिबल ऑयल वेस्ट डाइलैक्ट्रिक्स, क्योंकि डाइलैक्ट्रिक्स का जिहड़ा मीडियम का जिहड़ा फ्लैश पॉइंट हुंदा वो ज़्यादा हुंदा, तो फायर हैजर्ड जिहड़ा हैगा उहदे चांसिस भी ज़्यादा हो जाते हैं। एप्लीकेशनस ऑफ ईडीएम प्रोसैस, कित्थे कित्थे आपां अप्लाई कर सकते हैं ईडीएम प्रोसैस नूं, किहड़े पार्ट्स बनाने च आपां अप्लाई कर सकते हैं। प्रोटोटाइप के पार्ट्स बना सकते हैं, जिदा असी पहले भी गल की कि कोई कॉम्पलैक्स या इररेगुलर शेप होएगी, वो प्रोटोटाइप्स नूं आपां ईजीली ज़्यादा इफेक्टिवली बना सकते हैं ईडीएम प्रोसैस के नाल। दैन इज़ योर अलग अलग तरह की डाइज, चाहे वो एक्सट्रूजन डाई है चाहे कटिंग टूल डाई है। दैन इज़ योर डिफरेंट टाइप्स ऑफ टूल्स लाइक स्टैंपिंग टूल्स, कैलिब्रेटिंग टूल्स और फॉर्जिंग प्रेस टूल्स। गेजिज एंड फिक्सचर्स नूं आपां बनाने वास्ते ईडीएम प्रोसैस नूं यूज़ कर सकते हैं। Various aerospace components can be made with EDM process, medical and dental instruments. Small holes ਨੂੰ drill ਕਰਨ ਦੇ ਵਾਸਤੇ EDM drilling can be used, और किसी भी मशीन ਦਾ complex shape बनाने ਦੇ ਵਾਸਤੇ EDM milling can be used. So these are the some of the applications of EDM process. Thank you students, and in the next video lectures we will be covering about the various other modern machining methods. Thank you.